ਅੱਜ-ਕੱਲ੍ਹ ਭਾਰਤ ਵਿੱਚ ਇੱਕ ਬਹੁਤ ਵੱਡੀ ਗੱਲ ਹੋ ਰਹੀ ਹੈ। ਕਰੋੜਾਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਸਰਕਾਰ ਵੱਲੋਂ ਪੈਸਾ ਭੇਜਿਆ ਜਾ ਰਿਹਾ ਹੈ। ਕਈ ਲੋਕ ਇਸ ਨੂੰ ਇੱਕ ਬਹੁਤ ਵੱਡੀ ਸਮਾਜਿਕ ਕ੍ਰਾਂਤੀ ਕਰ ਰਹੇ ਨੇ। ਪਰ ਕੀ ਇਹ ਸੱਚਮੁੱਚ ਇੱਕ ਕ੍ਰਾਂਤੀ ਹੈ ਜਾਂ ਫਿਰ ਕਹਾਣੀ ਵਿੱਚ ਕੋਈ ਹੋਰ ਪੇਚ ਹੈ? ਚਲੋ ਅੱਜ ਇਸ ਪੂਰੇ ਮਾਮਲੇ ਦੀ ਤਹਿ ਕਰ ਚੱਲਦੇ ਹਾਂ। ਇਸ ਪੂਰੀ ਕਹਾਣੀ ਨੂੰ ਸਮਝਣ ਲਈ ਚਲੋ ਇੱਕ ਨੰਬਰ ਤੋਂ ਸ਼ੁਰੂਆਤ ਕਰਦੇ ਹਾਂ। 99% ਯਾਨੀ ਕਿ 89%। ਇਹ ਉਹਨਾਂ ਭਾਰਤੀ ਔਰਤਾਂ ਦੀ ਗਿਣਤੀ ਹੈ ਜਿਨ੍ਹਾਂ ਕੋਲ ਅੱਜ ਆਪਣਾ ਬੈਂਕ ਖਾਤਾ ਹੈ। ਇਹ ਆંકੜਾ ਆਪਣੇ ਆਪ ਵਿੱਚ ਇੱਕ ਵੱਡੀ ਕਹਾਣੀ ਹੈ, ਪਰ ਅਸਲ ਦਿਲਚਸਪੀ ਇਸ ਦੇ ਪਿੱਛੇ ਛੁਪੇ ਕਾਰਨਾਂ ਅਤੇ ਨਤੀਜਿਆਂ ਵਿੱਚ ਹੈ। ਦੇਖੋ, ਇਹ ਸਭ ਕੁਝ ਅਚਾਨਕ ਨਹੀਂ ਹੋਇਆ। ਇਹ ਭਾਰਤ ਦੀ ਰਾਜਨੀਤੀ ਵਿੱਚ ਆਈ ਇੱਕ ਬਹੁਤ ਵੱਡੀ ਤਬਦੀਲੀ ਦਾ ਹਿੱਸਾ ਹੈ। ਹੁਣ ਭਲਾਈ ਯੋਜਨਾਵਾਂ ਸਿਰਫ ਗਰੀਬੀ ਹਟਾਉਣ ਲਈ ਨਹੀਂ, ਬਲਕਿ ਔਰਤਾਂ ਨੂੰ ਇੱਕ ਖਾਸ ਵੋਟ ਬੈਂਕ ਦੇ ਤੌਰ ਤੇ ਦੇਖ ਕੇ ਬਣਾਈਆਂ ਜਾ ਰਹੀਆਂ ਨੇ ਅਤੇ ਨਕਦ ਟ੍ਰਾਂਸਫਰ ਇਸ ਦਾ ਸਭ ਤੋਂ ਵੱਡਾ ਹਥਿਆਰ ਬਣ ਗਿਆ ਹੈ। ਅਤੇ ਇਹ ਕੋਈ ਇੱਕ ਅੱਧੇ ਸੂਬੇ ਦੀ ਗੱਲ ਨਹੀਂ ਹੈ, ਇਹ ਤਾਂ ਇੱਕ ਪੂਰੀ ਲਹਿਰ ਬਣ ਗਈ ਹੈ। ਭਾਵੇਂ ਉਹ ਬਿਹਾਰ ਹੋਵੇ, ਕਰਨਾਟਕ, ਪੱਛਮੀ ਬੰਗਾਲ ਜਾਂ ਮੱਧ ਪ੍ਰਦੇਸ਼, ਹਰ ਪਾਸੇ ਦੀਆਂ ਸਰਕਾਰਾਂ ਸਿੱਧੇ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਪਾ ਰਹੀਆਂ ਹਨ ਅਤੇ ਸਿਆਸੀ ਤੌਰ ਤੇ ਇਹ ਬਹੁਤ ਕਾਰਗਰ ਸਾਬਿਤ ਹੋ ਰਿਹਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਭ ਹੋ ਕਿਵੇਂ ਰਿਹਾ ਹੈ? ਮਤਲਬ ਕਰੋੜਾਂ ਲੋਕਾਂ ਦੇ ਖਾਤਿਆਂ ਵਿੱਚ ਇੱਕ ਕਲਿੱਕ ਤੇ ਪੈਸਾ, ਇਹ ਜਾਦੂ ਕਿਵੇਂ ਚੱਲ ਰਿਹਾ ਹੈ? ਇਸ ਦੇ ਪਿੱਛੇ ਹੈ ਭਾਰਤ ਦਾ ਮਜ਼ਬੂਤ ਡਿਜੀਟਲ ਢਾਂਚਾ, ਇੱਕ ਤਕਨੀਕੀ ਬੁਨਿਆਦ ਜਿਸ ਨੇ ਇਸ ਪੂਰੀ ਪ੍ਰਕਿਰਿਆ ਨੂੰ ਸੰਭਵ ਬਣਾਇਆ ਹੈ। ਇਸ ਪੂਰੇ ਜਾਦੂ ਦੇ ਪਿੱਛੇ ਹੈ ਇੱਕ ਚੀਜ਼ ਜਿਸ ਨੂੰ ਕਹਿੰਦੇ ਨੇ ਜੈਮ ਟ੍ਰਿਨਿਟੀ, JAM। ਜੇ ਯਾਨੀ ਜਨਧਨ, ਜਿਸ ਨੇ ਹਰ ਕਿਸੇ ਲਈ ਬੈਂਕ ਖਾਤਾ ਖੋਲ੍ਹਣਾ ਸੌਖਾ ਬਣਾ ਦਿੱਤਾ। A ਯਾਨੀ ਆਧਾਰ, ਜੋ ਹਰ ਨਾਗਰਿਕ ਨੂੰ ਇੱਕ ਵਿਲੱਖਣ ਪਹਿਚਾਣ ਦਿੰਦਾ ਹੈ। ਅਤੇ M ਯਾਨੀ ਮੋਬਾਈਲ, ਜੋ ਇਸ ਸਭ ਨੂੰ ਆਪਸ ਵਿੱਚ ਜੋੜਦਾ ਹੈ। ਬਸ ਇਹ ਤਿੰਨੋਂ ਮਿਲ ਕੇ ਇੱਕ ਅਜਿਹਾ ਮਜ਼ਬੂਤ ਸਿਸਟਮ ਬਣਾਉਂਦੇ ਨੇ ਜਿਸ ਨਾਲ ਪੈਸਾ ਸਿੱਧਾ ਲਾਭਪਾਤਰੀ ਤੱਕ ਪਹੁੰਚਦਾ ਹੈ। ਅਤੇ ਇਸ ਸਿਸਟਮ ਨੇ ਜੋ ਕਰ ਦਿਖਾਇਆ ਹੈ, ਖਾਸ ਕਰਕੇ ਔਰਤਾਂ ਲਈ, ਉਹ ਸੱਚਮੁੱਚ ਕਮਾਲ ਹੈ। ਇਹ ਜਿਹੜਾ 89% ਦਾ ਅੰਕੜਾ ਹੈ ਨਾ, ਇਹ ਵਿੱਤੀ ਸ਼ਮੂਲੀਅਤ ਦੇ ਖੇਤਰ ਵਿੱਚ ਇੱਕ ਇਤਿਹਾਸਿਕ ਪ੍ਰਾਪਤੀ ਹੈ। ਆਓ ਦੇਖੀਏ ਕਿ ਇਹ ਸਫਲਤਾ ਕਿੰਨੀ ਵੱਡੀ ਹੈ। ਜ਼ਰਾ ਇਸ ਅੰਕੜੇ ਬਾਰੇ ਸੋਚੋ। 56 ਕਰੋੜ ਤੋਂ ਵੱਧ ਜਨਧਨ ਖਾਤਿਆਂ ਵਿੱਚੋਂ 55% ਤੋਂ ਵੀ ਵੱਧ ਸਿਰਫ ਔਰਤਾਂ ਦੇ ਨਾਂ ਤੇ ਹਨ। ਇਸ ਇੱਕ ਕਦਮ ਨੇ ਕਰੋੜਾਂ ਔਰਤਾਂ ਨੂੰ ਪਹਿਲੀ ਵਾਰ ਰਸਮੀ ਅਰਥ ਵਿਵਸਥਾ ਦਾ ਹਿੱਸਾ ਬਣਾਇਆ ਹੈ, ਜਿਨ੍ਹਾਂ ਦੀ ਪਹਿਲਾਂ ਕੋਈ ਵਿੱਤੀ ਪਹਿਚਾਣ ਹੀ ਨਹੀਂ ਸੀ। ਪਰ ਰੁਕੋ, ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ। ਜਦੋਂ ਆਪਾਂ ਇਸ ਦੀ ਤੁਲਨਾ ਪੂਰੀ ਦੁਨੀਆ ਨਾਲ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਕਿੰਨੀ ਵੱਡੀ ਗੱਲ ਹੈ। ਦੁਨੀਆ ਦੀ ਔਸਤ ਹੈ 77% ਅਤੇ ਭਾਰਤ ਪਹੁੰਚ ਗਿਆ ਹੈ 89% ਤੇ। ਕਈ ਵਿਕਸਿਤ ਦੇਸ਼ਾਂ ਨੂੰ ਵੀ ਪਿੱਛੇ ਛੱਡ ਰਿਹਾ ਹੈ। ਅੱਛਾ, ਤਾਂ ਸਵਾਲ ਇਹ ਹੈ ਕਿ ਔਰਤਾਂ ਨੇ ਅਚਾਨਕ ਇੰਨੀ ਵੱਡੀ ਗਿਣਤੀ ਵਿੱਚ ਖਾਤੇ ਖੁਲਵਾਏ ਕਿਉਂ? ਜਵਾਬ ਬਿਲਕੁਲ ਸਾਫ਼ ਹੈ, ਸਰਕਾਰੀ ਲਾਭ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੱਸਦੀ ਹੈ ਕਿ 54% ਔਰਤਾਂ ਲਈ ਆਪਣਾ ਪਹਿਲਾ ਬੈਂਕ ਖਾਤਾ ਖੋਲ੍ਹਣ ਦਾ ਮੁੱਖ ਕਾਰਨ ਹੀ ਸਰਕਾਰੀ ਪੈਸਾ ਹਾਸਲ ਕਰਨਾ ਸੀ। ਅਤੇ ਇਸ ਦਾ ਫਾਇਦਾ ਕੀ ਹੈ? ਦੇਖੋ, ਗੱਲ ਸਿਰਫ ਪੈਸਿਆਂ ਦੀ ਨਹੀਂ ਹੈ। ਜਦੋਂ ਪੈਸਾ ਸਿੱਧਾ ਇੱਕ ਔਰਤ ਦੇ ਹੱਥ ਆਉਂਦਾ ਹੈ ਤਾਂ ਇਸ ਦਾ ਅਸਰ ਸਿਰਫ ਉਸ ਦੀ ਜੇਬ ਤੇ ਨਹੀਂ, ਸਗੋਂ ਪੂਰੇ ਘਰ ਤੇ ਪੈਂਦਾ ਹੈ। ਰਿਸਰਚ ਦੱਸਦੀ ਹੈ ਕਿ ਇਸ ਨਾਲ ਘਰੇਲੂ ਫੈਸਲਿਆਂ ਵਿੱਚ ਉਸ ਦੀ ਗੱਲ ਦਾ ਵਜ਼ਨ ਵੱਧਦਾ ਹੈ ਅਤੇ ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਵੀ ਬਿਹਤਰ ਹੁੰਦੀ ਹੈ। ਇੱਥੇ ਤੱਕ ਤਾਂ ਸਭ ਕੁਝ ਬਹੁਤ ਵਧੀਆ ਅਤੇ ਇੱਕ ਵੱਡੀ ਸਫਲਤਾ ਦੀ ਕਹਾਣੀ ਲੱਗਦਾ ਹੈ। ਪਰ ਕੀ ਸੱਚਮੁੱਚ ਸਭ ਕੁਝ ਇੰਨਾ ਹੀ ਸੌਖਾ ਹੈ ਕਿ ਇੱਕ ਬੈਂਕ ਖਾਤਾ ਖੁਲਵਾ ਦੇਣਾ ਹੀ ਅਸਲ ਸ਼ਕਤੀਕਰਨ ਹੈ? ਬਸ ਇੱਥੋਂ ਹੀ ਕਹਾਣੀ ਇੱਕ ਨਵਾਂ ਤੇ ਬਹੁਤ ਹੀ ਦਿਲਚਸਪ ਮੋੜ ਲੈਂਦੀ ਹੈ। ਹੁਣ ਗੱਲ ਕਰਦੇ ਹਾਂ ਉਸ ਸੱਚਾਈ ਦੀ ਜੋ ਚਮਕਦਾਰ ਅੰਕੜਿਆਂ ਦੇ ਪਿੱਛੇ ਲੁਕੀ ਹੋਈ ਹੈ। ਇਸ ਨੂੰ ਕਹਿੰਦੇ ਨੇ ਸੁੱਤੇ ਪਏ ਖਾਤਿਆਂ ਦੀ ਸਮੱਸਿਆ। ਮਤਲਬ ਬੈਂਕ ਦਾ ਦਰਵਾਜ਼ਾ ਤਾਂ ਖੁੱਲ੍ਹ ਗਿਆ, ਪਰ ਉਸ ਨੂੰ ਆਪਣੀ ਮਰਜ਼ੀ ਨਾਲ ਵਰਤਣ ਦੀ ਆਜ਼ਾਦੀ ਉਹ ਅਜੇ ਵੀ ਦੂਰ ਹੈ। ਇਸ ਸਲਾਈਡ ਤੇ ਦੇਖੋ, ਇੱਕ ਪਾਸੇ ਹੈ ਵਾਅਦਾ ਤੇ ਦੂਜੇ ਪਾਸੇ ਹੈ ਅਸਲੀਅਤ। ਫਰਕ ਸਾਫ਼ ਹੈ। ਵਾਅਦਾ ਸੀ 89% ਮਾਲਕੀ ਦਾ, ਪਰ ਹਕੀਕਤ ਇਹ ਹੈ ਕਿ ਲਗਭਗ 20% ਖਾਤੇ ਕਦੇ ਵਰਤੇ ਹੀ ਨਹੀਂ ਜਾਂਦੇ। ਪਛਾਣ ਤਾਂ ਮਿਲ ਗਈ, ਪਰ ਬਚਤ ਜਾਂ ਕਰਜ਼ੇ ਲਈ ਇਹਨਾਂ ਦੀ ਵਰਤੋਂ ਨਾ ਦੇ ਬਰਾਬਰ ਹੈ। ਅਤੇ ਸਭ ਤੋਂ ਵੱਡੀ ਗੱਲ, ਪੈਸਾ ਆਉਂਦਾ ਤਾਂ ਔਰਤ ਦੇ ਖਾਤੇ 'ਚ, ਪਰ ਕਢਵਾਉਣ ਦਾ ਕੰਮ ਅਕਸਰ ਘਰ ਦੇ ਮਰਦ ਕਰਦੇ ਹਨ। ਤਾਂ ਫਿਰ ਇਹ ਗੈਪ, ਇਹ ਫਰਕ ਕਿਉਂ ਹੈ? ਇਸ ਦੇ ਪਿੱਛੇ ਕਈ ਵੱਡੇ ਕਾਰਨ ਹਨ ਜੋ ਸਾਡੇ ਸਮਾਜ ਵਿੱਚ ਡੂੰਘੇ ਧੱਸੇ ਹੋਏ ਨੇ। ਇੱਕ ਪਾਸੇ ਪੁਰਾਣੀ ਪਿਤਾ ਪ੍ਰਧਾਨ ਸੋਚ ਹੈ, ਦੂਜੇ ਪਾਸੇ ਤਕਨਾਲੋਜੀ ਦੀਆਂ ਰੁਕਾਵਟਾਂ ਨੇ, ਜਿਵੇਂ ਮਹਿੰਗੇ ਫੋਨ, ਡਾਟਾ, ਬੈਂਕਾਂ ਦਾ ਦੂਰ ਹੋਣਾ ਅਤੇ ਆਨਲਾਈਨ ਧੋਖਾਧੜੀ ਦਾ ਡਰ। ਨਾਲ ਹੀ ਘਰ 'ਚ ਸਾਂਝਾ ਫੋਨ ਹੋਣਾ ਅਤੇ ਪੈਸਿਆਂ ਦੇ ਲੈਣ-ਦੇਣ ਦੀ ਜ਼ਿਆਦਾ ਜਾਣਕਾਰੀ ਨਾ ਹੋਣਾ, ਇਹ ਵੀ ਸਮੱਸਿਆ ਨੂੰ ਹੋਰ ਵਧਾਉਂਦਾ ਹੈ।
ਅਤੇ ਇਹ ਅਗਲਾ ਅੰਕੜਾ ਸ਼ਾਇਦ ਪੂਰੀ ਕਹਾਣੀ ਦਾ ਸਾਰ ਦੱਸ ਦਿੰਦਾ ਹੈ। ਅੱਜ ਵੀ 3 ਵਿੱਚੋਂ 2 ਔਰਤਾਂ ਪੈਸੇ ਦੇ ਲੈਣ-ਦੇਣ ਲਈ ਆਪਣੇ ਪਤੀ, ਪਿਤਾ ਜਾਂ ਭਰਾ ਤੇ ਨਿਰਭਰ ਕਰਦੀਆਂ ਨੇ। ਮਤਲਬ ਸਾਫ਼ ਹੈ, ਖਾਤਾ ਤਾਂ ਔਰਤ ਦੇ ਨਾਂ ਤੇ ਹੈ, ਪਰ ਰਿਮੋਟ ਕੰਟਰੋਲ ਅਜੇ ਵੀ ਅਕਸਰ ਕਿਸੇ ਹੋਰ ਦੇ ਹੱਥ ਵਿੱਚ ਹੁੰਦਾ ਹੈ। ਤਾਂ ਹੁਣ ਸਵਾਲ ਇਹ ਹੈ ਕਿ ਇਸ ਗੁੰਝਲਦਾਰ ਸਮੱਸਿਆ ਦਾ ਹੱਲ ਕੀ ਹੈ? ਇਸ ਡਿਜੀਟਲ ਪਾੜੇ ਨੂੰ ਕਿਵੇਂ ਭਰਿਆ ਜਾ ਸਕਦਾ ਹੈ ਤਾਂ ਜੋ ਔਰਤਾਂ ਸੱਚਮੁੱਚ ਆਪਣੇ ਪੈਸੇ ਦੀਆਂ ਮਾਲਿਕ ਬਣ ਸਕਣ? ਅੱਗੇ ਦਾ ਰਸਤਾ ਕੀ ਹੈ? ਇਸ ਦਾ ਜਵਾਬ ਸ਼ਾਇਦ ਉਸੇ ਜੈਮ ਟ੍ਰਿਨਿਟੀ ਵਿੱਚ ਹੀ ਛੁਪਿਆ ਹੋਇਆ ਹੈ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ। ਯਾਦ ਹੈ, ਜਨਧਨ, ਆਧਾਰ ਅਤੇ ਮੋਬਾਈਲ। ਇਸ ਦੇ ਮੋਬਾਈਲ ਵਾਲੇ ਹਿੱਸੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਜੇ ਔਰਤਾਂ ਨੂੰ ਸਸਤੇ ਸਮਾਰਟਫੋਨ ਅਤੇ ਡਾਟਾ ਮਿਲੇ ਤਾਂ ਉਹ ਬਿਨਾਂ ਕਿਸੇ ਦੇ ਨਿਰਭਰ ਹੋਏ ਖੁਦ ਆਪਣੇ ਖਾਤੇ ਚਲਾ ਸਕਦੀਆਂ ਹਨ। ਸੋ ਗੱਲ ਇੱਥੇ ਆ ਕੇ ਖੜੀ ਹੁੰਦੀ ਹੈ ਕਿ ਬੈਂਕ ਦੀਆਂ ਚਾਬੀਆਂ ਤਾਂ ਔਰਤਾਂ ਦੇ ਹੱਥਾਂ ਵਿੱਚ ਫੜਾ ਦਿੱਤੀਆਂ ਗਈਆਂ ਹਨ, ਪਰ ਉਸ ਦਰਵਾਜ਼ੇ ਨੂੰ ਸੱਚਮੁੱਚ ਖੋਲ੍ਹ ਕੇ ਵਿੱਤੀ ਆਜ਼ਾਦੀ ਦੇ ਕਮਰੇ ਵਿੱਚ ਦਾਖਲ ਹੋਣ ਲਈ ਇਨ੍ਹਾਂ ਕਰੋੜਾਂ ਔਰਤਾਂ ਨੂੰ ਹੋਰ ਕਿਸ ਚੀਜ਼ ਦੀ ਲੋੜ ਪਵੇਗੀ? ਇਹੀ ਉਹ ਸਵਾਲ ਹੈ ਜਿਸ ਦਾ ਜਵਾਬ ਭਾਰਤ ਦੇ ਭਵਿੱਖ ਨੂੰ ਤੈਅ ਕਰੇਗਾ।